आयो सुनन पढ़न को बाणी, नाम बिसार लगे अन लालच, बिरथा जन्म पराणी। रैन गवाई सोए कै, दिवस गवाया खाए। हीरे जैसा जन्म है, कौडी बदले जाए। हीरे जैसा जन्म है, कौडी बदले जाए। पुंदान पूजा परमेश्वर, हर कीरत तत विचारे। गुण गावत तुल सुख पाया, ठाकुर अगम पारे। गुण गावत तुल सुख पाया, ठाकुर अगम पारे। जो जन पार ब्रह्म अपने कीने, तिनका बहुर कछ ना विचारे। नाम रतन सुन जप जप जीवा, नाम रतन सुन जप जप जीवा। हर नानक कंठ मजारे। हर गुण पढ़िए हर गुण गुणिए, हर हर नाम कथारत सुन। हर गुण पढ़िए हर गुण गुणिए, हर हर नाम कथा नित सुनिए। मिल सत संगत हर गुण गाए, मिल सत संगत हर गुण गाए। जिन्नी कमी नाहे गुण, ते कमड़े वेसार फरीदा। मत शर्मिंदा थी वही, साईं दे दरबार। मत शर्मिंदा थी वही, साईं दे दरबार। सन्मानयोग गुरु रूप गुरु प्यारी साध संगत जी, ज्ञान दे सागर ब्रह्मंड दे बादशाह साहिब श्री गुरु ग्रंथ साहिब जी महाराज, तिन्हां दी बख्शिश हुई है। रोजाना ही असीं गुरु साहिब दी बाणी ते बाणी ਦੇ ਵਿਚਾਰ ਨੂੰ ਸਰਵਣ ਕਰਦੇ ਹਾਂ।
ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਦੁਨੀਆ ਦਾ ਸਭ ਤੋਂ ਸੋਹਣਾ ਖਿਆਲ, ਸਭ ਤੋਂ ਸੋਹਣਾ ਵਿਚਾਰ ਇਹੀ ਆ ਕਿ ਆਓ ਆਪਾਂ ਗੁਰੂ ਦੇ ਚਰਨਾਂ ਵਿੱਚ ਜੁੜੀਏ। ਇਹ ਸੋਚਣੀ ਸਭ ਤੋਂ ਚੰਗੀ ਸੋਚਣੀ ਹੈ। ਇਹ ਵਿਚਾਰ ਸਭ ਤੋਂ ਸੋਹਣਾ ਵਿਚਾਰ ਹੈ। ਇਹ ਖਿਆਲ ਸਭ ਤੋਂ ਖੂਬਸੂਰਤ ਖਿਆਲ ਹੈ। ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਟੋਡੀ ਰਾਗ ਦੇ ਵਿੱਚ 718 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਸੁਭਾਏਮਾਨ ਹੈ। ਗੁਰੂ ਮਹਾਰਾਜ ਨੇ ਇਸ ਸ਼ਬਦ ਦੇ ਅੰਦਰ ਵਾਹਿਗੁਰੂ ਜੀ ਦੇ ਜਿਹੜੇ ਚਰਨ ਨੇ, ਗੁਰੂ ਨਾਨਕ ਸਾਹਿਬ ਜੀ ਦੀ ਜੋ ਜਗ੍ਹਾ ਹੈ, ਉਹਨਾਂ ਦਾ ਅਸਲੀ ਘਰ ਸਾਡੇ ਹਿਰਦਿਆਂ ਦੇ ਵਿੱਚ ਆ। ਵਾਹਿਗੁਰੂ ਨੂੰ ਸਿਮਰ ਕੇ ਹੀ ਕਾਰਜ ਸਫਲ ਹੁੰਦੇ ਨੇ। ਕਿਹੜਾ ਕਾਰਜ? ਅਧਿਆਤਮ, ਆਤਮਾ ਦੀ ਜ਼ਿੰਦਗੀ ਦੇ, ਦੁਨਿਆਵੀ ਕਾਰਜ ਵੀ। ਪੁੰਨ, ਦਾਨ, ਪੂਜਾ, ਜਿਹੜਾ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ, ਉਹਦੇ ਵਿੱਚੇ ਹੀ ਪੁੰਨ, ਉਹਦੇ ਵਿੱਚੇ ਹੀ ਦਾਨ, ਉਹਦੇ ਵਿੱਚੇ ਹੀ ਪੂਜਾ ਆ ਜਾਂਦੀ ਆ। ਗੁਣ ਗਾਉਂਦਿਆਂ ਉਹ ਸੁੱਖ ਮਿਲਦਾ ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਅਤੁੱਲ ਕਿਹਾ ਗੁਰੂ ਅਰਜਨ ਦੇਵ ਜੀ ਨੇ ਉਹਨੂੰ। ਵਾਹਿਗੁਰੂ ਬਹੁਤ ਅਗੰਮ ਹੈ, ਗਮਾਂ ਤੋਂ ਪਰੇ ਆ, ਅਪਾਰ ਹੈ, ਪਹੁੰਚ ਤੋਂ ਪਰੇ ਆ। ਜਿਹੜੇ ਵਾਹਿਗੁਰੂ ਨੇ ਆਪਣੇ ਨਾਲ ਮਿਲਾਲੇ ਨੇ, ਉਹਨਾਂ ਦਾ ਵਾਰ ਕਰਮਾਂ ਦਾ ਲੇਖਾ ਜੋਖਾ ਨਹੀਂ ਹੁੰਦਾ। ਨਾਮ ਵੀ ਇੱਕ ਹੀਰਾ ਹੀ ਆ, ਗੁਰਬਾਣੀ ਇੱਕ ਹੀਰਾ ਹੈ। ਗੁਰਸਿੱਖ ਉਹਨੂੰ ਸੁਣ ਕੇ ਜਪ ਕੇ ਜਿਉਂਦੇ ਨੇ। ਕੰਠ ਮਝਾਰੇ, ਕੰਠ ਦੇ ਵਿੱਚ ਗੁਰਬਾਣੀ ਕੰਠ ਕਰਦੇ ਨੇ, ਚੇਤੇ ਕਰਦੇ ਨੇ, ਨਮਸਕਾਰ ਕਰਦੇ ਨੇ, ਸਜਦਾ ਕਰਦੇ ਨੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੱਸਿਆ ਹੈ। ਸੋ ਆਓ ਆਪਾਂ ਇਹਦੀ ਵਿਸਥਾਰ ਦੇ ਨਾਲ ਵਿਚਾਰ ਕਰਦੇ ਹਾਂ। ਟੋਡੀ ਮਹੱਲਾ ਪੰਜਵਾ। ਟੋਡੀ ਇੱਕ ਰਾਗ ਦਾ ਨਾਮ ਹੈ। ਮਹੱਲਾ ਪੰਜਵਾ ਤੋਂ ਭਾਵ ਇਹ ਕਿ ਪੰਜਵੇਂ ਗੁਰੂ ਦੀ ਬਾਣੀ ਆ। ਗੁਰੂ ਅਰਜਨ ਦੇਵ ਜੀ ਸਾਡੇ ਪੰਜਵੇਂ ਗੁਰੂ ਨੇ ਸਾਰੇ ਬ੍ਰਹਿਮੰਡ ਦੇ, ਉਹਨਾਂ ਦੀ ਇਹ ਬਾਣੀ। ਹਰ ਹਰ ਚਰਨ ਹਿਰਦੈ ਉਰ ਧਾਰੇ। ਜਿਹੜਾ ਹਿਰਦੈ ਹੁੰਦਾ, ਇਹਦਾ ਅਰਥ ਹੁੰਦਾ ਹੈ ਹਿਰਦਾ। ਪਰਮਾਤਮਾ ਦੇ ਚਰਨ ਜਿਹੜੇ ਨੇ, ਗੁਰੂ ਨਾਨਕ ਸਾਹਿਬ ਜੀ ਜਿਹੜੇ ਨੇ, ਉਹ ਸਾਡੇ ਹਿਰਦਿਆਂ ਦੇ ਵਿੱਚ ਵਸਦੇ ਨੇ। ਇਸ ਕਰਕੇ ਜੇ ਹਿਰਦਾ ਉਹਨਾਂ ਦਾ ਘਰ ਹੈ ਤਾਂ ਹਿਰਦੇ ਨੂੰ ਸਾਫ਼ ਰੱਖਣਾ, ਉਹ ਸਿੰਘਾਸਨ ਜਿਹਦੇ ਤੇ ਆ ਕੇ ਮਾਲਕ ਨੇ ਬੈਠਣਾ ਹੈ, ਜੋ ਗੁਰੂ ਨਾਨਕ ਦਾ ਘਰ ਹੈ, ਉਹਨੂੰ ਪਾਕ ਰੱਖਣਾ, ਉਹਨੂੰ ਪਵਿੱਤਰ ਰੱਖਣਾ, ਉਹਨੂੰ ਉਜਲਾ ਰੱਖਣਾ, ਇਹ ਇਨਸਾਨ ਦਾ, ਗੁਰਸਿੱਖ ਦਾ ਫਰਜ਼ ਹੁੰਦਾ ਹੈ। ਇੱਥੇ ਬਹੁਤ ਲੋਕ ਨੇ ਜਿਹੜੇ ਬਾਹਰੋਂ ਬਹੁਤ ਉਜਲੇ ਨੇ, ਸੋਹਣੇ ਨੇ, ਕੱਪੜੇ ਪ੍ਰੈਸ ਕਰਕੇ ਪਾਉਂਦੇ ਨੇ। ਕਬੀਰ ਸਾਹਿਬ ਦੀ ਇੱਕ ਸਾਖੀ ਆ ਬੜੀ ਪਿਆਰੀ ਉਹਨਾਂ ਦੇ ਜੀਵਨ ਦੀ। ਕਹਿੰਦੇ ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸੀ। ਕਬੀਰ ਸਾਹਿਬ ਜੀ ਆਪਣੀ ਬਾਣੀ ਵਿੱਚ ਹੀ ਕਹਿੰਦੇ ਨੇ, ਕਬੀਰ
ਐਸਾ ਜੰਤ ਇੱਕ ਦੇਖਿਆ, ਜੈਸੀ ਧੋਈ ਲਾਖ। ਲਾਖ ਕਹਿੰਦੇ ਨੇ ਮੋਮ ਨੂੰ। ਕਬੀਰ ਸਾਹਿਬ ਜੀ ਕਹਿੰਦੇ ਇੱਕ ਦਿਨ ਮੈਂ ਤੁਰਿਆ ਜਾ ਰਿਹਾ ਸੀ, ਰਸਤੇ ਦੇ ਵਿੱਚ ਕੋਈ ਮੈਨੂੰ ਸੱਜਣ ਮਿਲਿਆ। ਸੱਜਣ ਐਸਾ ਸੀ ਕਿ ਧੋਤੀ ਹੋਈ ਮੋਮ ਦੇ ਵਾਂਗ ਚਮਕਦਾ ਸੀ। ਐਸਾ ਜੰਤ ਇੱਕ ਦੇਖਿਆ, ਬਹੁਤ ਸਰਲ ਹੋਵੇਗਾ ਇਵੇਂ ਸਮਝਣਾ। ਐਸਾ ਜੰਤ, ਕੋਈ ਐਸਾ ਸੱਜਣ ਮੈਨੂੰ ਮਿਲਿਆ ਹੈ, ਜੈਸੀ ਧੋਈ। ਧੋਈ ਕਹਿੰਦੇ ਨੇ ਧੋਤੀ ਹੋਈ, ਲਾਖ ਕਹਿੰਦੇ ਨੇ ਮੋਮ ਨੂੰ। ਧੋਤੀ ਹੋਈ ਜਿਵੇਂ ਮੋਮ ਹੁੰਦੀ ਆ, ਲਿਸ਼ਕਦੀ ਆ, ਚਮਕਦੀ ਆ, ਉਹ ਵੀ ਇਵੇਂ ਚਮਕ ਰਿਹਾ ਸੀ। ਸੋਹਣੀ ਦਸਤਾਰ ਉਹਦੇ ਬੰਨੀ ਹੋਈ, ਕੱਪੜੇ ਉਹਦੇ ਬਹੁਤ ਸੁੰਦਰ ਪਾਏ ਹੋਏ, ਚਮਕੀਲੇ ਜਰੀ ਦੇ ਬਣੇ ਹੋਏ। ਪਰ ਜਦੋਂ ਕਬੀਰ ਸਾਹਿਬ ਜੀ ਕਹਿੰਦੇ ਮੈਂ ਉਹਦੇ ਨਾਲ ਗੱਲਬਾਤ ਕੀਤੀ ਆ, ਗੱਲਬਾਤ ਕੀਤੀ, ਉਹਨੂੰ ਮਿਲਿਆ, ਉਹਦੀ ਬੋਲ ਬਾਣੀ ਦੇਖੀ, ਉਹਦੇ ਖਿਆਲ ਤੱਕੇ, ਉਹ ਕਿਹੋ ਜਿਹੇ ਸੀ। ਦੀਸੈ ਚੰਚਲ ਬਹੁ ਗੁਣਾ। ਉਹਦਾ ਮਨ ਬੜਾ ਚੰਚਲ ਸੀ, ਟਿਕਦਾ ਨਹੀਂ ਸੀ। ਦੀਸੈ ਚੰਚਲ ਬਹੁ ਗੁਣਾ, ਮਤ ਹੀਨਾ। ਮਤ ਕਹਿੰਦੇ ਨੇ ਬੰਦੇ ਦੀ ਅਕਲ ਨੂੰ, ਹੀਣਾ ਅਕਲੋਂ ਹੀਣਾ ਸੀ, ਮਤ ਤੋਂ ਹੀਣਾ ਸੀ। ਨਾ ਪਾਕ, ਮਤ ਹੀਨਾ ਨਾ ਪਾਕ। ਨਾ ਪਾਕ ਕਹਿੰਦੇ ਨੇ ਅਪਵਿੱਤਰ ਨੂੰ। ਸੋਹਣੀ ਨਹੀਂ ਸੀ ਉਹਦੀ ਅਕਲ, ਉਹਦਾ ਅੰਦਰ ਨਹੀਂ ਸੀ ਸੋਹਣਾ, ਉਹਦੀਆਂ ਗੱਲਾਂ ਨਹੀਂ ਸੀ ਸੋਹਣੀਆਂ, ਕੱਪੜੇ ਹੀ ਸੋਹਣੇ ਸੀ। ਇਸ ਕਰਕੇ ਕਹਿੰਦੇ ਦੁਨੀਆ ਵਿੱਚ ਕੁਝ ਐਸੇ ਲੋਕ ਨੇ ਜਿਹੜੇ ਬੜੇ ਉੱਪਰੋਂ ਸੋਹਣੇ ਨੇ ਪਰ ਅੰਦਰੋਂ ਮੈਲੇ ਨੇ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ। ਇਵੇਂ ਕੀ ਹੋ ਜਾਏਗਾ? ਤਿੰਨੀ ਜਨਮ ਜੂਐ ਹਾਰਿਆ। ਇਹੋ ਜਿਹੇ ਬੰਦਿਆਂ ਨੇ ਹੀ ਆਪਣਾ ਜਨਮ ਜੂਏ ਦੇ ਵਾਂਗ, ਜਿਵੇਂ ਜੁਆਰੀ ਹਾਰ ਜਾਂਦਾ ਹੈ। ਉਹਦਾ ਮੂੰਹ ਫਿਰ ਦੇਖਣ ਵਾਲਾ ਹੁੰਦਾ, ਲਟਕਿਆ ਹੋਇਆ ਹੁੰਦਾ, ਲਮਕਿਆ ਹੋਇਆ ਹੁੰਦਾ, ਬੜਾ ਉਦਾਸ ਹੁੰਦਾ। ਇੱਥੇ ਬਹੁਤ ਲੋਕ ਨੇ ਜਿਹੜੇ ਬਾਹਰੋਂ ਤਾਂ ਉਜਲੇ ਨੇ, ਅੰਦਰੋਂ ਮੈਲੇ ਨੇ। ਉਹਨਾਂ ਨੇ ਆਪਣੇ ਜਨਮ ਨੂੰ ਜੂਏ ਦੇ ਵਾਂਗ ਹਰਾਇਆ ਹੈ, ਗਵਾਇਆ ਹੈ, ਪਰਮਾਤਮਾ ਨੂੰ ਭੁਲਾਇਆ ਹੈ। ਉਹ ਕਦਾਚਿਤ ਵੀ ਆਨੰਦ ਵਿਗਾਸ ਨਹੀਂ ਪਾ ਸਕਦੇ। ਸੁੱਖ ਸਹੂਲਤਾਂ ਮਾਣ ਲੈਣ, ਉਹ ਗੱਲ ਵੱਖਰੀ ਆ, ਉਹ ਗੱਲ ਹੋਰ ਆ। ਹਿਰਦੇ ਵਾਲਾ ਜਿਹੜਾ ਚਾਉ ਹੈ ਨਾ, ਉਹ ਕਦੇ ਵੀ ਉਹ ਪਾ ਨਹੀਂ ਸਕਣਗੇ। ਹਰ ਹਰ ਚਰਨ ਹਿਰਦੈ ਉਰ ਧਾਰੇ। ਪਰਮਾਤਮਾ ਦੇ ਜਿਹੜੇ ਚਰਨ ਨੇ ਉਹ ਮੈਂ ਹਿਰਦੇ ਵਿੱਚ ਵਸਾਏ ਨੇ। ਵਸਣਗੇ ਕਦੋਂ? ਜਦੋਂ ਸਾਫ਼ ਹੋਵੇਗਾ, ਜਦੋਂ ਉਜਲਾ ਹੋਵੇਗਾ। ਮੈਲਾ ਮਨ, ਮਨ ਮੈਲੇ ਸਭ ਕਿਛ ਮੈਲਾ। ਤਨ ਧੋਤੈ ਮਨ ਹੱਛਾ ਨਾ ਹੋਏ। ਜਿਹਦਾ ਮਨ ਮੈਲਾ ਉਹਦਾ ਸਭ ਕਿਛ ਮੈਲਾ। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਦੀ ਸਫਾਈ ਮਨ ਦੀ ਸਫਾਈ ਨਹੀਂ ਹੈ। ਸਰੀਰ ਦੀ ਸਫਾਈ ਕੁਝ ਹੋਰ ਹੈ, ਮਨ ਦੀ ਸਫਾਈ ਕੁਝ ਹੋਰ ਹੈ। ਮੈਂ ਸਰੀਰ ਦੀ ਸਫਾਈ ਕਰਨੀ ਆ, ਪਾਣੀ ਦੀ ਲੋੜ ਪਵੇਗੀ। ਮਨ ਦੀ ਸਫਾਈ ਕਰਨੀ ਆ, ਬਾਣੀ ਦੀ ਲੋੜ ਪਵੇਗੀ। ਮੈਂ ਸਰੀਰ ਨੂੰ ਚੜ੍ਹਦੀ ਕਲਾ 'ਚ ਰੱਖਣਾ, ਭੋਜਨ ਦੀ ਲੋੜ ਪਵੇਗੀ। ਮੈਂ ਮਨ ਨੂੰ ਚੜ੍ਹਦੀ ਕਲਾ 'ਚ ਰੱਖਣਾ, ਮੈਨੂੰ ਭਜਨ ਦੀ ਲੋੜ ਪਵੇਗੀ। ਮੈਂ ਸਰੀਰ ਨੂੰ ਸੈੱਟ ਰੱਖਣਾ ਹੈ, ਸਹੀ ਰੱਖਣਾ, ਕਸਰਤ ਦੀ ਲੋੜ ਪਵੇਗੀ। ਮੈਂ ਮਨ ਨੂੰ ਫਿੱਟ ਰੱਖਣਾ ਹੈ, ਮੈਨੂੰ ਗੁਰੂ ਦੀ ਲੋੜ ਪਵੇਗੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਜੇ 100 ਚੰਦਾ ਉਗ ਵੇਖੇ, ਸੂਰਜ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ।
हे ਇਨਸਾਨ ਤੂੰ ਆਪਣੇ ਸੁਆਮੀ ਨੂੰ ਸਿਮਰ ਯਾਦ ਕਰ, ਕਾਰਜ ਸਫਲ ਹਮਾਰੇ। ਉਹਨੂੰ ਚੇਤੇ ਕਰ, ਇਵੇਂ ਤੇਰੇ ਜਿਹੜੇ ਕਾਰਜ ਹਨ ਨਾ, ਕਾਰਜ ਕਿਹੜਾ ਹੈ, ਮਨੁੱਖਾ ਜਨਮ ਨੂੰ ਸਫਲ ਬਣਾਉਣਾ ਹੀ ਸਭ ਤੋਂ ਅਤੀ ਉੱਤਮ ਕਾਰਜ ਹੈ। ਮੇਰਾ ਇੱਥੇ ਆਉਣਾ ਸਫਲ ਹੋ ਜੇ, ਮੇਰੀ ਯਾਤਰਾ ਸਫਲ ਹੋ ਜੇ। ਸਫਲ 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 ਭਈ ਯਾਤਰਾ, ਆਵਣ ਜਾਣ ਰਹੇ ਮਿਲ ਸਾਧਨ। ਇਹਨੂੰ ਸਫਲ ਕਹਿੰਦੇ ਨੇ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਸਫਲ ਹੋ ਜੇ ਮੇਰੀ ਯਾਤਰਾ। ਜਿਹਦੇ ਕਰਕੇ ਕਾਰਜ ਮੇਰਾ ਸਫਲ ਹੋ ਜੇ, ਉਹ ਕਦੋਂ ਹੋਵੇਗਾ? ਜਦੋਂ ਅਸੀਂ ਆਪਣੇ ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਵਸਾਵਾਂਗੇ, ਉਦੋਂ ਇਹ ਕਾਰਜ ਸਫਲ ਹਮਾਰੇ, ਉਦੋਂ ਕਾਰਜ ਸਫਲ ਹੋਣੇ ਨੇ। ਸਤਿਗੁਰ ਪੂਰੈ ਸੇਵਿਐ, ਦੁੱਖਾਂ ਕਾ ਹੋਏ ਨਾਸ। ਨਾਨਕ ਨਾਮ ਅਰਾਧਿਐ, ਕਾਰਜ ਆਵੇ ਰਾਸ। ਗੁਰੂ ਨੂੰ ਸੇਵ ਕੇ ਹੀ ਕਾਰਜ ਰਾਸ ਹੋਣੇ ਨੇ। ਨਹੀਂ ਕੀ ਹੋਵੇਗਾ? ਰਾਮ ਨਾਮ ਬਿਨ ਬਾਜੀ ਹਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਝੂਠੇ ਲਾਲਚ ਜਨਮ ਗਵਾਇਆ, ਸਿਮਰਨ ਭਜਨ ਦਇਆ ਨਹੀਂ ਕੀਨੀ। ਕਾਗਦ ਜਿਉਂ ਗਲ ਜਾਹੇਗਾ, ਧਰਮ ਰਾਏ ਜਗ ਲੇਖਾ ਮੰਗੈ। ਕਿਆ ਮੁਖ ਲੈ ਕੇ ਜਾਹੇਗਾ? ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਕਰ ਜਾਹੀ। ਸਿਮਰਨ ਭਜਨ ਦਇਆ, ਤਿੰਨ ਗੱਲਾਂ ਕਹਿ ਰਹੇ ਨੇ। ਸਿਮਰਨ, ਸਿਮਰਨ ਸੰਸਕ੍ਰਿਤ ਦਾ ਸ਼ਬਦ ਹੈ। ਪੰਜਾਬੀ ਜਿਹਨੂੰ ਕਹਿੰਦੇ ਨੇ ਯਾਦ ਕਰਨਾ, ਠੇਠ ਪੰਜਾਬੀ 'ਚ ਕਹਿ ਦਾਂਗੇ ਚੇਤੇ ਕਰਨਾ। ਚੇਤੇ ਕਿਹਨੂੰ ਕਰਨਾ ਹੈ? ਜਿਹਨੂੰ ਭੁੱਲੇ ਹੋਏ ਹਾਂ। ਪੈਸਾ ਨਹੀਂ ਭੁੱਲਿਆ, ਰੋਟੀ ਖਾਣੀ ਨਹੀਂ ਭੁੱਲੀ, ਸੌਣਾ ਨਹੀਂ ਭੁੱਲਿਆ, ਪਾਣੀ ਪੀਣਾ ਨਹੀਂ ਭੁੱਲੇ, ਇੱਕ ਦੂਜੇ ਬਾਰੇ ਗੱਲਾਂ ਕਰਨੇ ਨਹੀਂ ਭੁੱਲੇ। ਖਾਣਾ ਪੀਣਾ, ਹੱਸਣਾ ਸੌਣਾ ਯਾਦ ਹੈ। ਕੀ ਭੁੱਲਿਆ ਹੈ? ਵਿਸਰ ਗਿਆ ਹੈ ਮਰਨਾ। ਮੌਤ ਨੂੰ ਚੇਤੇ ਕਰਨਾ ਹੈ। ਜਿਹੜੀ ਚੀਜ਼ ਭੁੱਲੀ ਆ, ਰੱਬ ਭੁੱਲਿਆ ਹੈ। ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ। ਯਾਦ ਕਿਹਨੂੰ ਕਰਨਾ? ਸਿਮਰਨ ਕਿਹਦਾ ਕਰਨਾ? ਜਿਹਨੂੰ ਭੁੱਲੇ ਹੋਏ ਹਾਂ। ਭੁੱਲੇ ਕਿਉਂ ਹਾਂ? ਕੁਐਸਚਨ ਮਾਰਕ ਹੈ ਉਹਦੇ ਉੱਪਰ, ਸਵਾਲ ਖੜਾ ਹੋਵੇਗਾ। ਕਿਉਂ ਭੁੱਲ ਗਏ? ਭੁੱਲੇ ਤਾਂ ਸੀ, ਆਪਣਾ ਨਹੀਂ ਸੀ ਬਣਾਇਆ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਦੁਨੀਆ ਦੀ ਹਰ ਚੀਜ਼ ਮੈਂ ਆਪਣੀ ਮੰਨੀ ਆ। ਪੈਸੇ ਮੇਰੇ ਨੇ, ਸਰੀਰ ਮੇਰਾ ਹੈ, ਮਾਂ ਪਿਓ ਮੇਰੇ ਨੇ, ਭੈਣ ਭਰਾ ਰਿਸ਼ਤੇਦਾਰ ਮੇਰੇ ਨੇ, ਕੜਮ ਸਕੇ ਜਵਾਈ ਇਹ ਮੇਰੇ ਨੇ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦੁਨੀਆ ਦੀ ਹਰ ਚੀਜ਼ ਆਪਣੀ ਆ, ਇੱਕ ਰਾਮ ਹੀ ਪਰਾਇਆ ਹੈ। ਇੱਕ ਰਾਮ ਵਾਹਿਗੁਰੂ ਭਾਵ ਬੇਗਾਨਾ ਹੋ ਗਿਆ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਜਦੋਂ ਬੇਗਾਨਾ ਹੋ ਗਿਆ ਉਦੋਂ ਭੁੱਲ ਜੇਗਾ। ਕੋਈ ਵੀ ਬੇਗਾਨੀ ਚੀਜ਼ ਹੋਵੇ ਯਾਦ ਥੋੜ੍ਹੀ ਆਉਂਦੀ ਆ। ਇਵੇਂ ਹੋਰ ਸਮਝ ਜਾਵੋਗੇ। ਮੰਨ ਲਓ ਮੇਰੀਆਂ ਟੈਨਸ਼ਨਾਂ ਨੇ, ਮੇਰੇ ਪਰਿਵਾਰ ਦੀ ਕੋਈ ਸਮੱਸਿਆ ਹੈ, ਉਹ ਤੁਹਾਨੂੰ ਥੋੜ੍ਹੀ ਯਾਦ ਆਵੇਗੀ, ਉਹ ਮੈਨੂੰ ਹੀ ਯਾਦ ਆਵੇਗੀ। ਉਹ ਮੇਰੀ ਆਪਣੀ ਹੈ। ਤੁਹਾਡੀਆਂ ਤੁਹਾਨੂੰ ਸਮੱਸਿਆਵਾਂ ਯਾਦ ਆਉਣਗੀਆਂ, ਮੈਨੂੰ ਥੋੜ੍ਹੀ ਆਉਣਗੀਆਂ। ਭਾਵੇਂ ਮੈਂ ਤੁਹਾਡੇ ਕੋਲ ਬੈਠਾ ਹੋਵਾਂ, ਤੁਸੀਂ ਮੇਰੇ ਕੋਲ ਬੈਠੇ ਹੋ, ਮੇਰਾ ਦਰਦ, ਮੇਰੀ ਪੀੜਾ ਮੈਨੂੰ ਯਾਦ ਹੈ। ਮੇਰੀਆਂ ਯਾਦਾਂ ਮੈਨੂੰ ਯਾਦ ਨੇ, ਤੁਹਾਨੂੰ ਨਹੀਂ। ਤੁਹਾਡੀਆਂ ਤੁਹਾਨੂੰ ਨੇ, ਮੈਨੂੰ ਨਹੀਂ। ਇਸ ਕਰਕੇ ਉਹ ਆਪਣੀਆਂ ਨੇ ਤਾਂ ਯਾਦ ਨੇ, ਉਹ ਆਪਣਾ ਹੈ। ਪਰਮਾਤਮਾ ਨੂੰ ਅਸੀਂ ਗਵਾ ਨਹੀਂ ਸਕਦੇ, ਭੁਲਾਇਆ ਹੈ, ਭੁਲਾ ਸਕਦੇ ਨੇ। ਭੁਲਾ ਤਾਂ ਲੋਕ ਮਾਂ ਪਿਓ ਨੂੰ ਵੀ ਦਿੰਦੇ ਨੇ, ਕਈ ਐਸੇ ਨੇ ਚੇਤਾ ਹੀ ਨਹੀਂ ਕਰਦੇ, ਉਹਨਾਂ ਨੂੰ ਛੱਡ ਜਾਂਦੇ ਨੇ। ਭੁਲਾ ਤਾਂ ਰਿਸ਼ਤੇਦਾਰਾਂ ਨੂੰ ਰਹੇ ਨੇ, ਭੁਲਾ ਦਿੰਦੇ ਨੇ, ਚੇਤਾ ਹੀ ਨਹੀਂ ਕਰਦੇ ਮੁੜ ਕੇ। ਸੰਬੰਧ ਯਾਦਾਂ ਦੇ ਹੁੰਦੇ ਨੇ, ਸੰਬੰਧ ਯਾਦਾਂ ਦੇ ਹੁੰਦੇ ਨੇ ਪਿਆਰੇ।
ਬਾਤ ਚੀਤ ਦੇ ਹੁੰਦੇ ਨੇ, ਬੋਲ ਬਾਣੀ ਦੇ ਹੁੰਦੇ ਨੇ। ਇੱਕ ਪੁਸਤਕ ਪੜ੍ਹ ਰਿਹਾ ਸੀ, ਨਾਮ ਹੈ ਉਹਦਾ ਮਾਲਾ ਮਣ ਕੇ। ਕਹਿੰਦੇ ਗੱਲ ਬਾਤ ਹੀ ਰਿਸ਼ਤਾ ਹੁੰਦੀ ਹੈ। ਰਿਸ਼ਤੇ ਦੀ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਹੈ, ਏਡੀ ਨਿੱਕੀ ਜਿਹੀ ਗੱਲ 'ਚ ਗੱਲ ਨਿਬੇੜਤੀ। ਗੱਲ ਬਾਤ ਹੀ ਰਿਸ਼ਤਾ ਹੁੰਦੀ ਹੈ। ਜਿੱਥੇ ਗੱਲਬਾਤ ਨਹੀਂ ਹੁੰਦੀ ਉੱਥੇ ਤੁਹਾਡਾ ਕੋਈ ਨਾਤਾ ਨਹੀਂ ਹੈਗਾ। ਸਾਡੀ ਉਹਦੇ ਨਾਲ ਬੋਲ ਬਾਣੀ ਨਹੀਂ, ਨਾਲ ਭਾਵੇਂ ਕੰਧ ਦੇ ਕੰਧ ਹੈ, ਬੋਲ ਬਾਣੀ ਖਤਮ, ਰਿਸ਼ਤੇ ਖਤਮ, ਨਾਤੇ ਖਤਮ। ਪਰਮਾਤਮਾ ਦੇ ਨਾਲ ਮੇਰੀ ਬੋਲ ਬਾਣੀ ਨਹੀਂ ਆ, ਨਾਤਾ ਖਤਮ ਹੋ ਗਿਆ। ਪਰਮਾਤਮਾ ਨੂੰ ਅਸੀਂ ਭੁਲਾਇਆ ਹੈ, ਗਵਾਇਆ ਨਹੀਂ ਆ, ਭੁਲਾਇਆ ਹੈ। ਗਵਾ ਪਤਾ ਕਿਉਂ ਨਹੀਂ ਸਕਦੇ, ਉਹ ਦਿਲ 'ਚ ਵਸਦਾ ਹੈ, ਰੋਮ ਰੋਮ 'ਚ ਹੈ। ਕਿਵੇਂ ਉਹਨੂੰ ਕੱਢ ਦਾਂਗੇ ਬਾਹਰ? ਮੇਰੀ ਜੇਬ 'ਚ ਹੀਰਾ ਹੈ, ਮੇਰੇ ਚੇਤੇ 'ਚ ਨਹੀਂ, ਮੇਰੇ ਲਈ ਉਹ ਨਹੀਂ ਆ, ਭਾਵੇਂ ਹੈਗਾ ਵਾ। ਮੇਰੇ ਘਰ ਵਿੱਚ ਕੋਈ ਚੀਜ਼ ਪਈ ਆ, ਮੈਨੂੰ ਯਾਦ ਨਹੀਂ, ਉਹ ਮੇਰੇ ਲਈ ਨਹੀਂ ਆ, ਉਹ ਹੈਗੀ ਆ, ਪਰ ਮੇਰੇ ਦਿਲ 'ਚ ਵਾਹਿਗੁਰੂ ਹੈ। ਮੇਰੇ ਲਈ ਉਹ ਨਹੀਂ ਆ, ਪਰ ਹੈਗਾ ਹੈ। ਪਰਮਾਤਮਾ ਨੂੰ ਅਸੀਂ ਭੁਲਾਇਆ ਹੀ ਆ, ਗਵਾਇਆ ਨਹੀਂ ਆ। ਵਾਹਿਗੁਰੂ ਨੇ ਕੀ ਆਖਿਆ ਹੈ ਬਾਣੀ ਨੇ? ਚੇਤੇ ਕਰੋ ਉਹਨੂੰ, ਚੇਤੇ ਕਰੋ। ਕਿਹਨੂੰ ਚੇਤੇ ਕਰੋ? ਜਿਹਨੂੰ ਭੁਲਾਇਆ ਹੈ ਉਹਨੂੰ ਕਰੋ। ਖਾਣਾ ਪੀਣਾ ਯਾਦ ਹੈ, ਹੱਸਣਾ ਯਾਦ ਹੈ, ਸੌਣਾ ਯਾਦ ਹੈ, ਇੱਕ ਦੂਜੇ ਬਾਰੇ ਗੱਲਾਂ ਕਰਨੀਆਂ ਯਾਦ ਨੇ, ਤੈਨੂੰ ਬਸ ਭੁੱਲੇ। ਜਿਹਨੂੰ ਭੁੱਲੇ ਹੋ ਉਹਨੂੰ ਚੇਤੇ ਕਰੋ। ਚੇਤੇ ਕਰੋ ਪੰਜਾਬੀ 'ਚ ਕਹਿੰਦੇ ਆ, ਯਾਦ ਕਰੋ। ਸਿਮਰਨ ਸੰਸਕ੍ਰਿਤ ਵਿੱਚ ਕਹਿ ਦਿੰਦੇ ਨੇ, ਬਸ ਗੱਲ ਉਹੀ ਆ, ਸਿਮਰਨ ਕਰੋ, ਸਿਮਰਨ ਕਰੋ। ਕਿਹਦਾ ਕਰੋ? ਜਿਹਨੂੰ ਭੁੱਲ ਗਏ ਸੀ। ਭੁੱਲੇ ਕਿਹਨੂੰ? ਵਾਹਿਗੁਰੂ ਨੂੰ। ਕਿਉਂ ਭੁੱਲੇ? ਉਹ ਬੇਗਾਨਾ ਬਣਾਤਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਦੁਨੀਆ ਦੀ ਹਰ ਚੀਜ਼ ਮੈਂ ਆਪਣੀ ਮੰਨਦਾ ਹਾਂ, ਪਰ ਵਾਹਿਗੁਰੂ ਨਾਲ ਮੈਂ ਗੱਲਾਂ ਨਹੀਂ ਕਰਦਾ। ਸਿਮਰਨ ਕਰਨਾ ਉਹਦੀਆਂ ਗੱਲਾਂ ਹੀ ਨੇ, ਉਹਦੇ ਨਾਲ ਗੱਲਾਂ ਕਰਨਾ ਹੀ। ਬਾਣੀ ਪੜ੍ਹਨੀ ਪਰਮਾਤਮਾ ਨਾਲ ਗੱਲਾਂ ਕਰਨੀਆਂ ਹੀ ਨੇ। ਜੇ ਤੁਸੀਂ ਵੈਸੇ ਪੜ੍ਹਨੀ ਹੈ, ਨਿਬੇੜਨੀ ਹੈ ਉਵੇਂ, ਮਤਲਬ ਉਹ ਗੱਲ ਤਾਂ ਹੋਰ ਹੋ ਜੂਗੀ। ਜੇ ਤੁਸੀਂ ਇਉਂ ਪੜ੍ਹਨੀ ਆ, ਮੈਂ ਗੁਰੂ ਨਾਨਕ ਜੀ ਨਾਲ ਗੱਲਾਂ ਕਰਾਂਗਾ, ਤਾਂ ਇਹ ਕੁਝ ਰਸ ਬਣੇਗਾ। ਨਹੀਂ, ਰਸ ਨਹੀਂ ਬਣੇਗਾ। ਬਾਣੀ ਪੜ੍ਹਨ ਲੱਗਿਆਂ ਜੇ ਤੁਹਾਨੂੰ ਰਸ ਨਹੀਂ ਆ ਰਿਹਾ, ਸੁਣਨ ਵਾਲੇ ਨੂੰ ਨਹੀਂ ਆਵੇਗਾ। ਕੀਰਤਨ ਕਰਨ ਲੱਗਿਆਂ ਜੇ ਰਸ ਨਹੀਂ ਆ ਰਿਹਾ, ਸੁਣਨ ਵਾਲਿਆਂ ਨੂੰ ਨਹੀਂ ਆਵੇਗਾ। ਕਥਾ ਨਾਲ ਵੀ ਇਵੇਂ ਹੀ ਆ, ਜੇ ਕਰਨ ਸਮੇਂ ਆਨੰਦ ਨਹੀਂ ਆ ਰਿਹਾ, ਸੁਣਨ ਵਾਲਿਆਂ ਨੂੰ ਕਦੇ ਨਹੀਂ ਆਵੇਗਾ। ਸਭ ਤੋਂ ਪਹਿਲਾਂ ਆਪਣਾ ਆਪ ਡੁਬੋਣਾ ਪੈਂਦਾ ਹੈ, ਭਿੱਜਣਾ ਪੈਂਦਾ ਉਹਦੀ ਬੰਦਗੀ ਦੇ ਵਿੱਚ। फिर कुछ कही हुई गल दिल से जो बात निकलती है वो असर रखती है, पर नहीं ताकते परवाज मगर रखती है। अगे पंक्ति है, रहाओ ठहराओ दे के। पुण्य दान बहुत लोग करते हैं, पुण्य दान पूजा परमेश्वर, हर कीरत तत् विचारे। गुरु अर्जन देव जी कहते दुनिया का सब तो वड्डा पुण्य, सब तो वड्डा दान, सब तो चंगी पूजा, तैनू याद करना ही सब तो वड्डा पुण्य दान ते पूजा है। क्यों है? इहदे विच सवाल होवेगा। आम तुसी दानी देखियो, आम दानी लोग ने ना, जिहड़े नाम नहीं जपदे, सिर्फ दान ही करते हैं, ਉਹ ਦਾਨ ਨਾਲ ਹੰਕਾਰ ਹੋ ਜਾਂਦਾ, ਉਹ ਦਾਨ ਦੇ ਨਾਲ ਹੰਕਾਰ ਹੋ ਜਾਂਦਾ। ਆਮ ਬੰਦਾ ਪੂਜਾ ਕਰਦਾ ਹੈ ਕੋਈ, ਪਰ ਉਹਦੇ ਦਿਲ 'ਚ ਵਾਹਿਗੁਰੂ ਦੀ ਯਾਦ ਨਹੀਂ, ਉਹਨੂੰ ਵੀ ਹੰਕਾਰ ਹੋ ਜਾਏਗਾ। ਦਾਨੀ ਜਿਹੜੇ ਨੇ, ਬਹੁਤੇ ਦਾਨੀ 99% ਉਹ ਹੰਕਾਰੀ ਹੋ ਜਾਂਦੇ ਨੇ ਗੁਰੂ ਦੀ ਕੀਰਤੀ ਤੋਂ ਬਿਨਾਂ। ਉਹ ਕਹਿਣਗੇ ਸਾਡੇ ਜੈਸਾ ਕੋਈ ਦਾਨੀ ਨਹੀਂ ਹੈਗਾ, ਸਾਡੇ ਜੈਸਾ ਕੋਈ ਪੁੰਨੀ ਨਹੀਂ ਹੈਗਾ। ਇਵੇਂ ਦੇ ਵੀ ਬੰਦੇ ਨੇ। ਮੈਂ ਕਿਹਾ ਗਾਥਾ ਪੜ੍ਹਦੇ ਅਸੀਂ ਬੜੀ ਸੁੰਦਰ ਆ, ਹੋਰ ਤੁਸੀਂ ਕਨਸੈਪਟ ਕਲੀਅਰ ਹੋ ਜਾਣਗੇ ਇਹਨਾਂ ਨਾਲ। ਇੱਕ ਕੋਈ ਮਹਾਤਮਾ ਸੀ, ਸੱਚੇ ਮਹਾਤਮਾ, ਬਨਾਰਸ ਕੇ ਠੱਗ ਨਹੀਂ। ਇੱਕ ਕੋਈ ਸੀ, ਕੋਈ ਉਹਦੇ ਕੋਲ ਬਹੁਤ ਕੋਠੀ ਸੀ, ਕੋਈ ਅਮੀਰ ਬੰਦਾ ਸੀ, ਬਹੁਤ ਸਾਰੇ ਪਲਾਟ ਸਨ, ਜ਼ਮੀਨ ਬਹੁਤ ਸੀ।
ਉਹਨੇ ਕੀ ਕੀਤਾ? ਸਭ ਕੁਝ ਛੱਡਤਾ। ਸਭ ਕੁਝ ਛੱਡ ਕੇ ਸੰਤਾਂ ਵਾਂਗ ਉਹਨੇ ਸੋਚਿਆ ਮੈਂ ਜਿਉਣਾ। ਆ ਗਿਆ ਆਸ਼ਰਮ ਦੇ ਵਿੱਚ। ਮਹਾਂਪੁਰਸ਼ਾਂ ਨੂੰ ਆ ਕੇ ਕਹਿੰਦਾ 2.5 ਕਰੋੜ ਬੰਦਿਆਂ ਦੇ ਮੈਂ, ਕੋਠੀ ਦੇ ਮੈਂ, ਪਲਾਟਾਂ ਦੇ ਮੈਂ, ਜ਼ਮੀਨਾਂ ਦੇ ਲੱਤ ਮਾਰ ਕੇ ਸੰਤ ਬਣਿਆ ਮੈਂ। ਆਖਿਆ ਸੀ ਪਹਿਲਾਂ ਹੀ, ਮਹਾਂਪੁਰਸ਼ੋ 2.5 ਕਰੋੜ ਬੰਦਿਆਂ ਦੇ, ਜ਼ਮੀਨ ਦੇ, ਪਲਾਟਾਂ ਦੇ, ਕੋਠੀ ਦੇ ਲੱਤ ਮਾਰ ਕੇ ਮੈਂ ਸੰਤ ਬਣਿਆ। ਮਹਾਂਪੁਰਸ਼ਾਂ ਦਾ ਜਵਾਬ ਸੀ, ਕਹਿੰਦੇ ਨਹੀਂ, ਫਿਰ ਲੱਤ ਠੀਕ ਤਰ੍ਹਾਂ ਨਹੀਂ ਵੱਜੀ। ਤੇਰੀ ਲੱਤ ਨਾਲ ਕੋਠੀ ਹਜੇ ਵੀ ਚਿੰਬੜੀ ਹੋਈ ਹੈ। ਤੈਨੂੰ ਯਾਦ ਹੈ ਨਾ? 2.5 ਕਰੋੜ ਬੰਦੇ ਭਾਵ ਲੋਕਾਂ ਤੋਂ ਉੱਪਰ ਹੋ ਕੇ ਸੰਤ ਬਣਿਆ, ਉਹਨਾਂ ਨੂੰ ਥੱਲੇ ਛੱਡ ਕੇ। ਕਹਿੰਦੇ ਉਹ ਵੀ ਤੇਰੀ ਲੱਤ ਨਾਲ ਹੀ ਚਿੰਬੜੇ ਨੇ। ਦਾਨ ਕਰਨਾ ਤਾਂ ਹੁੰਦਾ ਵੀ ਆਪਾਂ ਨੀਵੇਂ ਹੋਈਏ। ਦਾਨ ਮੈਂ ਕਰਤਾ, ਦਾਨ ਦਾ ਹੰਕਾਰ ਬਹੁਤਿਆਂ ਨੂੰ ਆ, ਮੈਂ ਦਾਨੀ ਹਾਂ। ਕਈਆਂ ਨੂੰ ਬਾਣੀ ਪੜ੍ਹਨ ਦਾ ਹੀ ਹੰਕਾਰ ਆ, ਮੈਂ ਨਿਤਨੇਮੀ ਹਾਂ। ਦੂਜੇ ਲੋਕ ਕੀੜੇ ਮਕੌੜੇ ਨੇ। ਇਹ ਚੀਜ਼ਾਂ ਬੜੀਆਂ ਪਿਆਰਿਓ ਸੂਖਮ ਨੇ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਬੰਦਗੀ ਜਿਹੜੀ ਆ ਨਾ, ਇਹ ਖਜੂਰ ਕਾ ਪੇੜ ਹੈ। ਕਬੀਰ ਸਾਹਿਬ ਜੀ ਦਾ ਇੱਕ ਗ੍ਰੰਥ ਹੈ, ਉਹਦਾ ਨਾਮ ਬੀਜਕ ਆ। ਉਹਦੇ ਵਿੱਚ ਕਬੀਰ ਸਾਹਿਬ ਦੀ ਹੋਰ ਬਾਣੀ ਆ ਗੁਰੂ ਮਹਾਰਾਜ ਤੋਂ ਇਲਾਵਾ। ਚਾਹੇ ਕਿਤੇ ਹੋਰ ਬਾਣੀ ਹੋਵੇ ਕਬੀਰ ਸਾਹਿਬ ਦੀ, ਕਬੀਰ ਜੀ ਨੇ ਤਾਂ ਕਬੀਰ ਹੀ ਰਹਿਣਾ ਹੈ। ਕਹਿੰਦੇ ਬੰਦਗੀ ਕਿਸੇ ਨੇ ਪੁੱਛਿਆ ਕਬੀਰ ਜੀ ਕੀ ਆ? ਕਹਿੰਦੇ ਖਜੂਰ ਦਾ ਪੇੜ ਆ। ਪਹਿਲਾਂ ਤਾਂ ਚੜ੍ਹਨਾ ਬਹੁਤ ਔਖਾ, ਫੇਰ ਕਹਿੰਦੇ ਫਿਰ ਕੀ? ਗਿਰੇ ਤੋਂ ਚੱਕਣਾ ਚੂਰ। ਕਹਿੰਦੇ ਜੇ ਵਿਚਾਲਿਓਂ ਮਾੜਾ ਜਿਹਾ ਹੰਕਾਰ ਆ ਗਿਆ, ਡਿੱਗ ਪਿਆ ਨਾ, ਤੇ ਬੰਦੇ ਦੀ ਢੂਈ ਟੁੱਟ ਜਾਂਦੀ ਹੈ। ਇਤਨਾ ਪਹਿਲਾਂ ਚੜ੍ਹਨਾ ਹੀ ਔਖਾ, ਬੰਦਗੀ ਕਰਨੀ ਔਖੀ, ਕਰ ਲਈ ਤੇ ਸਾਂਭਣੀ ਔਖੀ ਹੈ। ਪਾਠ ਕਰਨਾ ਸੌਖਾ ਹੈ, ਉਹਦਾ ਹੰਕਾਰ ਨਾ ਹੋਵੇ, ਇਹ ਚੀਜ਼ ਟਿਕਾਉਣੀ ਬੜੀ ਔਖੀ ਹੈ। ਦਾਨ ਕਰਨਾ ਸੌਖਾ ਹੈ, ਦਾਨ ਕਰਕੇ ਹੰਕਾਰ ਨਾ ਹੋ ਜੇ, ਇਹ ਬੜਾ ਔਖਾ ਹੈ। ਸੇਵਾ ਕਰਨੀ ਵੀ ਸੌਖੀ ਹੈ, ਸੇਵਾ ਕਰਕੇ ਹੰਕਾਰ ਮੁਕਤ ਹੋ ਜਾਣਾ ਬੜਾ ਔਖਾ ਹੈ। ਸਿੱਖਾਂ ਦੇ ਘਰੇ ਜਨਮ ਹੋ ਜਾਣਾ ਹੋਰ ਗੱਲ ਹੈ, ਗੁਰੂ ਦੀ ਸਿੱਖਿਆ ਲੈ ਕੇ ਸਿੱਖ ਬਣ ਜਾਣਾ ਬੜਾ ਔਖਾ ਹੈ। ਗੁਰੂ ਨੂੰ ਮੱਥਾ ਟੇਕਣਾ ਸੌਖਾ ਹੈ, ਗੁਰੂ ਦੀ ਮੰਨਣਾ ਬਹੁਤ ਔਖਾ ਹੈ। ਗੁਰੂ ਨੂੰ ਮੰਨਣਾ ਸੌਖਾ ਹੈ, ਗੁਰੂ ਦੀ ਮੰਨਣਾ ਬਹੁਤ ਔਖਾ ਹੈ। ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਸਭ ਤੋਂ ਵੱਡਾ ਪੁੰਨ, ਦੁਨੀਆ ਦਾ ਸਭ ਤੋਂ ਵੱਡਾ ਦਾਨ, ਦੁਨੀਆ ਦੀ ਸਭ ਤੋਂ ਚੰਗੀ ਪੂਜਾ ਵਾਹਿਗੁਰੂ ਤੈਨੂੰ ਯਾਦ ਕਰਨਾ ਹੀ, ਤੈਨੂੰ ਸਦਾ ਚੇਤੇ ਰੱਖਣਾ ਹੀ। ਜਿਹੜਾ ਉਹਨੂੰ ਸਦਾ ਯਾਦ ਰੱਖਦਾ ਹੈ ਸਮਝ ਲਓ ਸਭ ਤੋਂ ਵੱਡੀ ਪੂਜਾ ਹੈ। ਜਿਹੜਾ ਉਹਨੂੰ ਸਦਾ ਯਾਦ ਰੱਖਦਾ ਹੈ ਉਹਨੇ ਦਿਲ ਨਹੀਂ ਨਾ ਤੋੜਨਾ ਕਿਸੇ ਦਾ। ਜਿਹੜਾ ਬੰਦਾ ਸੋਨੇ ਦਾ ਦਾਨ ਕਰਕੇ ਆਇਆ, ਚਾਂਦੀ ਦਾ ਦਾਨ ਕਰਕੇ ਆਇਆ, ਜੇ ਪਰਮਾਤਮਾ ਦੀ ਯਾਦ ਨਹੀਂ ਦਿਲ ਤੋੜੇਗਾ, ਆ ਕੇ ਦਿਲ ਤੋੜ ਦੇਗਾ। ਉਹਦਾ ਸਭ ਕੀਤਾ ਕਰਾਇਆ ਮਿੱਟੀ ਹੋ ਜਾਣਾ। ਗੁਰਮੁਖ ਦਾ ਕੀਤਾ ਕਰਾਇਆ ਮਿੱਟੀ ਨਹੀਂ ਹੁੰਦਾ ਕੁਝ ਵੀ, ਇਹ ਫਰਕ ਹੁੰਦਾ ਹੈ। ਗੁਣ ਗਾਵਤ, ਗੁਣ ਗਾਵਤ, ਗੁਣ ਗਾਉਂਦਿਆਂ ਅਤੁੱਲ। ਅਤੁੱਲ ਦੇ ਅਰਥ ਕੀਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ, ਜਿਹੜਾ ਤੋਲਿਆ ਨਹੀਂ ਜਾ ਸਕਦਾ। ਤੇਰੇ ਗੁਣ ਗਾਉਂਦਿਆਂ ਮੈਨੂੰ ਅਤੁੱਲ ਸੁੱਖ ਪਾਇਆ। ਸੁੱਖ ਤਾਂ ਮਿਲਿਆ, ਉਹ ਮਿਲਿਆ ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਆਨੰਦ ਮਿਲ ਗਿਆ, ਭਾਵ ਕਿ ਠਾਕੁਰ ਅਗੰਮ ਅਪਾਰੇ। ਵਾਹਿਗੁਰੂ ਜੀ, ਠਾਕੁਰ ਇੱਥੇ ਕਿਹਾ ਹੈ ਰੱਬ ਜੀ ਨੂੰ, ਵਾਹਿਗੁਰੂ ਨੂੰ। ਵਾਹਿਗੁਰੂ ਜੀ ਅਗੰਮ, ਤੂੰ ਗਮਾਂ ਤੋਂ ਪਰੇ, ਤੈਨੂੰ ਕੋਈ ਗਮ ਨਹੀਂ, ਸਾਨੂੰ ਬਹੁਤ ਗਮ ਨਹੀਂ, ਤੂੰ ਗਮਾਂ ਤੋਂ ਪਰੇ। ਅਪਾਰੇ, ਅਪਹੁੰਚ ਹੈ ਤੂੰ, ਤੇਰਾ ਪਾਰ ਨਹੀਂ ਪਾਇਆ ਜਾ ਸਕਦਾ, ਇਹ ਤੂੰ ਹੈ। ਸਾਨੂੰ ਬੜੇ ਦੁੱਖ ਨੇ ਵਾਹਿਗੁਰੂ, ਆਪਣੇ ਦੁੱਖ ਨੇ, ਦੂਜਿਆਂ ਦੇ ਸੁੱਖ ਦੇਖ ਕੇ ਅਸੀਂ ਦੁਖੀ ਹਾਂ, ਆਪਦੇ ਦੁੱਖਾਂ ਤੋਂ ਦੁਖੀ ਘੱਟ ਹਾਂ। ਦੂਜਿਆਂ ਦੀ ਖੁਸ਼ੀ ਵਿੱਚ ਅਸੀਂ ਖੁਸ਼ੀ ਨਹੀਂ ਮਨਾਉਂਦੇ, ਦੂਜਿਆਂ ਦੇ ਚਾਵਾਂ ਵਿੱਚ ਚਾਅ ਨਹੀਂ ਕਰਦੇ, ਤਾਂ ਅਸੀਂ ਬਹੁਤ ਦੁਖੀ ਹਾਂ।
मेरे चेहरे से गम आशकारा नहीं है, पर जे न सोच जे गम का मारा नहीं है। डूबने को तो डूबे हम भी, लेकिन पर अहले साहिल को हमने पुकारा नहीं है। एक शायर कहता मेरे चेहरे वाल देख के ना सोचियो मैं दुखी नहीं हाँ, दुखी मैं भी हाँ, पर कहता मैं हाय हाय नहीं कीती वाली। बहुत ही मतलब कहते ਹੁੰਦੇ ਆ ਸਿਆਣੇ ਬੰਦੇ दर्द जिहड़ा है दुख आ ਉਹਨੂੰ चुप करके सहंदे ने। सियाणे बंदे दुख नूं, दर्द नूं, पीड़ा नूं चुप करके सहंदे ने। ठाकुर अगम अपारे, हे वाहिगुरु तैनूं याद करके मैं अतुल सुख पाया है। दुखां नूं सहना करना सिੱਖਿਆ। अजोके समय 'ਚ ਕਹਿੰਦੇ दुख नहीं ਵਧੇ, दुख उन्ने ही आ। अज भी लोग दुखी ने, ਪਹਿਲਾਂ भी दुखी सी। पुराने जमानिਆਂ ਵਿੱਚ भी दुख सी, रोग सी, सब कुछ सी। ਕਹਿੰਦੇ दुख ਤਾਂ नहीं ਵਧੇ ਇੰਨੇ, ਸਹਿਨਸ਼ੀਲਤਾ ਜ਼ਰੂਰ ਘਟੀ। ਪਹਿਲਾਂ ਸਹਿਨਸ਼ੀਲਤਾ ਬਾਹਲੀ ਸੀ ਲੋਕਾਂ 'ਚ, ਪੁਰਾਣੇ ਜ਼ਮਾਨਿਆਂ 'ਚ। ਦੁੱਖ ਉਨੇ ਹੀ ਨੇ, ਦੁੱਖ ਉਨੇ ਹੀ ਨੇ, ਸਹਿਨਸ਼ੀਲਤਾ ਘਟੀ ਆ। ਜਿਹਨੂੰ ਸਹਿਣਾ ਆ ਜਾਏਗਾ ਉਹਨੂੰ ਰਹਿਣਾ ਆ ਜਾਏਗਾ, ਜਿਹਨੂੰ ਸਹਿਣਾ ਆ ਜਾਏਗਾ ਉਹਨੂੰ ਰਹਿਣਾ ਆ ਜਾਏਗਾ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, तिनका बौहर कश ना विचारे। जो जन, जन कहते ने दास नूं, सेवकां नूं, जेड़े सेवक वाहिगुरु ने अपने बना ले ने, तिनका बौहर कश ना विचारे। उन्हां दा वार वार लेखा जोखा नहीं हुंदा। कर्मां दा भाव की कि वो किहड़े कर्म करते ने, जेड़े अपने ही उहने बना ले एक बार, फिर वो चंगे ही करते ने, फिर वो माड़े थोड़ी करनगे। जेड़े ओहदे हो गए ने उन्हां ने फिर वो करना जेड़ा ओनू पाउंदा है। जेड़ा ओहदा नहीं बनिया हजे ਉਹਨੇ ਉਹ भी करना जेड़ा ਉਹਨੂੰ आप ਨੂੰ ਚੰਗਾ लगदा। ਜਿਹੜੇ ਵਾਹਿਗੁਰੂ ਦੇ ਹੋ ਗਏ ਦਾਸ, जो जन ਉਹਦੇ ਹੋ ਗਏ, ਉਹਨਾਂ ਉਹ करना ਜਿਹੜਾ ਵਾਹਿਗੁਰੂ ਨੂੰ ਚੰਗਾ लगदा है। नाम रतन सुन जप जप जीवा। नाम रतन, ये बहुत बड़ी पंक्ति वार वार ही आउंदी है, बहुत हुक्मनामे आपां सरवण कीती है। नाम रतन, वाहिगुरू दा नाम रतन तो घट नहीं है, मोतियां तो घट नहीं, हीरियां तो घट नहीं। कोहे नूर हीरे तो भी महंगा है, अमोलक है। सुन जप जप जीवा। ਇਹਨੂੰ मैं सुनदा हाँ, फिर मैं जिउंदा हाँ। मन की गल कर रहे ने। मेरा मन उदों ही, आत्मा मेरी उदों ही बलवान हुंदी आ जदों मैं इहनूं सुणदा हाँ। हर नानक कंठ मझारे। कंठ कहंदे ने गले विच किसी चीज़ नूं याद रखना। मझारे दे अर्थ ने विच, कंठ दे विच मझारे, कंठ दे विच हर नानक कंठ मझारे। कंठ दे विच गुरु अर्जन देव जी कहंदे मैं याद करदा हाँ वाहिगुरू नूं सदा ही। क्यों? नाम रतन है, रतन तो घट नहीं आ। इस करके इत्थों गल शुरू हुई सी, हर हर चरण हृदय उर धारे। साडा जिहड़ा दिल है, हिरदा है भाव की, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਟਿਕਣਾ ਹੈ, ਵਸਣਾ ਹੈ। ਤਾਂ ਉਹਨੂੰ ਸਾਫ਼ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਹਦੇ ਘਰ ਉਹੀ ਅਸਲ ਘਰ ਹੈ ਗੁਰੂ ਨਾਨਕ ਜੀ ਦਾ, ਜਿੱਥੇ ਉਹਨਾਂ ਨੇ ਆ ਕੇ ਵਸਣਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਘਟਨਾ ਬਹੁਤ ਸੋਹਣੀ ਆ ਇਹ। ਜਦੋਂ ਉਹਨਾਂ ਨੇ ਆਖਿਆ ਸੀ ਧਾਨਕ ਰੂਪ ਰਹਾਂ ਕਰਤਾਰ, ਇੱਕ ਦਿਨ ਅਜਬ ਖੇਡ ਹੋ ਗਈ। ਲੋਕਾਂ ਦੀ ਪ੍ਰੀਖਿਆ ਕਹਿ ਲਓ, ਇਮਤਿਹਾਨ ਕਹਿ ਲਓ ਲੈਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਹੱਥ ਵਿੱਚ ਇੱਕ ਸੋਟਾ ਫੜਿਆ, ਆਸਾ ਹੱਥ ਕਿਤਾਬ ਕੱਛ, ਇੱਕ ਡੰਡਾ ਫੜਿਆ ਹੱਥ ਵਿੱਚ ਤੇ ਥੋੜ੍ਹਾ ਜਿਹਾ ਰੂਪ ਉੱਦਾਂ ਦਾ ਬਣਾ ਲਿਆ। ਪਿੱਛੇ ਪਿੱਛੇ ਉਹਨਾਂ ਦੇ ਦਾਸ ਸੰਗਤਾਂ ਜਾ ਰਹੀਆਂ ਨੇ, ਅੱਖਾਂ ਥੋੜ੍ਹੀਆਂ ਲਾਲ ਹੋ ਗਈਆਂ, ਰੂਪ ਉੱਦਾਂ ਦਾ ਬਣਾ ਲਿਆ। ਪਿੱਛੇ ਨੂੰ ਮੁੜ ਕੇ ਕਹਿੰਦੇ ਸਾਰੇ ਆਪਣੇ ਆਪਣੇ ਘਰੇ ਚਲੇ ਜਾਓ। ਸਾਰੇ ਆਪਣੇ ਆਪਣੇ ਘਰੇ ਕਿਉਂ ਨਹੀਂ ਜਾ ਰਹੇ? ਘਰੇ ਚਲੇ ਜਾਓ, ਮੇਰੇ ਪਿੱਛੇ ਕਿਸੇ ਨੇ ਵੀ ਨਹੀਂ ਆਉਣਾ। ਉਹ ਸਾਰੇ ਜਿਹੜੇ ਜਾ ਰਹੇ ਸੀ ਨਾ, ਵਾਰੀ 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 ਪਿੱਛੇ ਮੁੜ ਗਏ।
ਕੋਈ ਜਿਹਦਾ ਜਿੱਧਰ ਨੂੰ ਘਰ ਸੀ, ਕਿਸੇ ਦਾ ਉੱਤਰ ਵੱਲ, ਕਿਸੇ ਦਾ ਦੱਖਣ ਵੱਲ, ਕਿਸੇ ਦਾ ਪੂਰਬ, ਕਿਸੇ ਦਾ ਪੱਛਮ, ਸਾਰੇ ਉੱਧਰ ਉੱਧਰ ਨੂੰ ਖਿੰਡ ਗਏ। ਇੱਕ ਸੀ ਸੱਜਣ ਕੋਈ ਪਿਆਰਾ ਸੀ ਰੱਬ ਦਾ, ਨਾਮ ਸੀ ਉਹਨਾਂ ਦਾ ਭਾਈ ਲਹਿਣਾ ਜੀ, ਬਾਬਾ ਲਹਿਣਾ ਜੀ ਉਦੋਂ ਕਹਿੰਦੇ ਸੀ। ਉਹ ਨਹੀਂ ਗਏ, ਉਹ ਪਿੱਛੇ ਪਿੱਛੇ ਗਏ। ਗੁਰੂ ਨਾਨਕ ਸਾਹਿਬ ਜੀ ਫਿਰ ਪਿੱਛੇ ਮੁੜ ਕੇ ਕਹਿੰਦੇ, ਮੈਂ ਆਖ ਰਿਹਾ ਸਾਰੇ ਆਪਣੇ ਆਪਣੇ ਘਰੇ ਚਲੇ ਜਾਓ। ਚਲੇ ਗਏ, ਤੂੰ ਨਹੀਂ ਜਾ ਰਿਹਾ, ਤੂੰ ਵੀ ਘਰ ਚਲਾ ਜਾ। ਹੱਥ ਜੋੜ ਕੇ ਕਹਿੰਦੇ, ਸਤ ਬਚਨ ਜੀ, ਚਲਿਆ ਜਾਂਦਾ। ਅੱਗੇ ਗਏ, ਕਦਮ ਤੁਰੇ, ਕੁਝ ਕਦਮ ਕਦਮ ਤੁਰੇ ਗਏ। ਫਿਰ ਦੇਖਿਆ ਪਿੱਛੇ ਪਿੱਛੇ ਹੀ ਭਾਈ ਲਹਿਣਾ ਜੀ ਆ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਤੁਸੀਂ ਘਰ ਚਲੇ ਜਾਓ, ਘਰੇ ਨਹੀਂ ਗਏ। ਆਖਿਆ ਸੀ ਸਤ ਬਚਨ ਜੀ, ਘਰੇ ਚਲਾ ਜਾਵਾਂਗਾ। ਫਿਰ ਪਿੱਛੇ ਪਿੱਛੇ ਜਾ ਰਹੇ ਨੇ, ਅੱਗੇ ਅੱਗੇ ਗੁਰੂ ਨਾਨਕ ਜੀ। ਫਿਰ ਕਹਿੰਦੇ ਸੋਟੀ ਦੇ ਨਾਲ ਉਹਨਾਂ ਲੀਕ ਖਿੱਚੀ ਇੱਕ। ਕਹਿੰਦੇ ਇੱਧਰ ਪੂਰਬ ਹੈ, ਇੱਧਰ ਪੱਛਮ ਆ, ਇੱਧਰ ਉੱਤਰ ਆ, ਇੱਧਰ ਦੱਖਣ ਆ। ਤੇਰਾ ਘਰ ਕਿੱਥੇ ਆ, ਮੈਨੂੰ ਦੱਸ। ਤੂੰ ਜਾਂਦਾ ਨਹੀਂ ਘਰੇ, ਤੂੰ ਘਰੇ ਨਹੀਂ ਜਾ ਰਿਹਾ। ਸਤ ਬਚਨ ਕਹਿ ਦਿੰਦਾ, ਮੈਂ ਆਖ ਰਿਹਾ ਤੂੰ ਘਰੇ ਜਾ, ਘਰੇ ਜਾ, ਘਰੇ ਜਾ। ਮੁੜਦਾ ਕਿਉਂ ਨਹੀਂ ਘਰੇ ਭਾਵ? ਆਖਿਆ ਸੀ ਬਾਬਾ ਮੇਰਾ ਜਿਹੜਾ ਘਰ ਹੈ ਨਾ, ਉਹ ਤੂੰ ਹੀ ਆ। ਤੁਸੀਂ ਹੀ ਮੇਰਾ ਗ੍ਰਹਿ ਹੋ, ਤੁਸੀਂ ਹੀ ਮੇਰਾ ਘਰ ਹੋ। ਮੇਰਾ ਸਭ ਕੁਝ, ਸਭ ਕੁਛ ਤੂੰ ਹੈ, ਤੂੰ ਹੈ ਮੇਰੇ ਪਿਆਰੇ। ਤੇਰੀ ਕੁਦਰਤ ਕੋਵਲ ਜਾਈ ਜੀਓ, ਸਭ ਕੁਝ ਮੇਰਾ ਤੂੰ ਹੀ ਹੈ। ਤੇਰੇ ਬਿਨਾਂ ਮੈਂ ਬਾਬਾ ਕਿੱਥੇ ਜਾਵਾਂ, ਤੁਹਾਡੇ ਬਿਨਾਂ ਕਿੱਥੇ ਜਾਵਾਂ, ਦੱਸੋ ਮੈਨੂੰ। ਕਿਸੇ ਦਾ ਘਰ ਉੱਤਰ 'ਚ ਸੀ, ਚਲਿਆ ਗਿਆ। ਕਿਸੇ ਦਾ ਪੂਰਬ ਵਿੱਚ ਸੀ, ਚਲਿਆ ਗਿਆ। ਕਿਸੇ ਦਾ ਪੱਛਮ 'ਚ ਹੋਣਾ ਛੱਡ ਕੇ ਤੁਹਾਨੂੰ, ਮੇਰਾ ਤਾਂ ਬਸ ਤੂੰ ਹੀ ਹੈ। ਇਹ ਆਖਿਆ ਸੀ ਗੁਰੂ ਨਾਨਕ ਸਾਹਿਬ ਜੀ। ਕਹਿੰਦੇ ਜੇ ਇਹੀ ਗੱਲ ਹੈ, ਅਸੀਂ ਵੀ ਇੱਕ ਘਰ ਲੱਭ ਰਹੇ ਸੀ ਜਿੱਥੇ ਅਸੀਂ ਵਸਣਾ ਸੀ। ਜੇ ਤੂੰ ਆਖਿਆ ਨਾ ਵੀ ਮੈਂ ਤੇਰਾ ਹੀ ਹਾਂ, ਤੁਸੀਂ ਮੇਰਾ ਘਰ ਹੋ, ਮੈਂ ਵੀ ਬਹੁਤ ਸਮੇਂ ਤੋਂ ਇੱਕ ਘਰ ਦੀ ਤਲਾਸ਼ 'ਚ ਹਾਂ। ਮੈਂ ਕਿੱਥੇ ਵਸਾਂ, ਕਿੱਥੇ ਟਿਕਾਂ, ਉਹ ਮੈਨੂੰ ਅੱਜ ਲੱਭ ਗਿਆ। ਬਾਬਾ ਮੜੀ ਨਾ ਗੋਰ, ਗੁਰੇ ਅੰਗਦ ਕਹਿ ਹੀਐ ਮਾਹੇ, ਪੁੰਨ ਸਤ ਸੰਗਤ ਔਰ। ਗਲਵਕੜੀ ਵਿੱਚ ਲਿਆ ਸੀ। ਆਖਿਆ ਅੱਜ ਤੋਂ ਬਾਅਦ ਲੈਣਾ ਨਹੀਂ, ਤੂੰ ਅੰਗਦ ਹੋ ਗਿਆ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ। ਅੰਗਾਂ ਦੇ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਅੰਗਦ ਬਣਾਇਆ। ਕਹਿੰਦੇ ਮੈਂ ਵੀ ਘਰ ਲੱਭ ਰਿਹਾ, ਤੂੰ ਹੀ ਨਹੀਂ ਇਕੱਲਾ ਲੱਭ ਰਿਹਾ, ਮੈਂ ਵੀ ਲੱਭ ਰਿਹਾ ਸੀ। ਕਿੱਥੇ ਵਸਾਂ, ਕਿੱਥੇ ਵਸਾਂ। ਗੁਰ ਅੰਗਦ ਕਹਿ ਹੀਐ ਮਾਹੇ, ਪੁੰਨ ਸਤ ਸੰਗਤ ਔਰ। ਜੇ ਮੈਨੂੰ ਲੱਭਣਾ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਦਿਲਾਂ 'ਚ ਲੱਭੋ, ਤੇਰੇ ਮੈਂ ਦਿਲ 'ਚ ਵਸੂੰਗਾ। ਕੱਲਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਨਹੀਂ ਆਖਿਆ, ਸਭ ਨੂੰ ਆਖਿਆ ਮੈਂ ਤੁਹਾਡੇ ਅੰਦਰ ਹੀ ਹਾਂ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ਹਿਰ ਮੇਲਾ, ਦਸਤਗੀਰੀ ਨਾਹੇ। ਇਹ ਦੁਨੀਆ ਹੱਥ ਪੱਲੇ ਪੈਣ ਵਾਲੀ ਚੀਜ਼ ਨਹੀਂ, ਇਹ ਦਸਤਗੀਰੀ ਆ। ਦਸਤਗੀਰੀ ਕਹਿੰਦੇ ਨੇ ਹੱਥ ਪੱਲੇ ਪੈਣ ਵਾਲੀ ਕੋਈ ਚੀਜ਼, ਪਰ ਦਸਤਗੀਰੀ ਨਾਹੇ। ਇਹ ਦੁਨੀਆ ਪੱਲੇ ਪੈਣ ਵਾਲੀ ਕੋਈ ਚੀਜ਼ ਨਹੀਂ। ਹਾਂ ਜੇ ਮਨ ਨੂੰ ਖੋਜਿਆ ਜਾਵੇ, ਦਿਲ ਨੂੰ ਖੋਜਿਆ ਜਾਵੇ, ਫਿਰ ਤੁਹਾਡੇ ਪੱਲੇ ਬੜਾ ਕੁਝ ਪੈ ਸਕਦਾ ਹੈ। ਇਹ ਆਖਿਆ ਸੀ। ਇਸ ਕਰਕੇ ਮਹਾਤਮਾ ਬੁੱਧ ਨਾਲ ਵੀ ਇਹ ਘਟਨਾ ਇਵੇਂ ਹੋਈ। ਜਦੋਂ ਸੰਸਾਰ ਤੋਂ ਚਲੇ ਗਏ, ਉਹਨਾਂ ਦੇ ਸ਼ਿਸ਼ ਨੇ ਇੱਕ ਲੈਕਚਰ ਦਿੱਤਾ ਸੀ। ਰਾਜੇ ਆਏ, ਮਹਾਰਾਜੇ ਆਏ, ਭਿਕਸ਼ੂ ਆਏ। ਉਹ ਕਹਿਣ ਲੱਗੇ ਇੱਥੇ ਬਹੁਤ ਲੋਕ ਇਕੱਠੇ ਹੋ ਗਏ ਨੇ ਜਿਹੜੇ ਮਹਾਤਮਾ ਬੁੱਧ ਦੀ ਯਾਦ ਵਿੱਚ ਆਏ ਹੋਏ ਨੇ, ਸਿਧਾਰਥ ਦੀ ਯਾਦ ਵਿੱਚ ਆਏ ਹੋਏ ਨੇ। ਉਹ ਲਿਜਾਣਾ ਚਾਹੁੰਦੇ ਨੇ ਉਹਨਾਂ ਦੀਆਂ ਅਸਥੀਆਂ ਵਿੱਚੋਂ ਕੁਝ ਹਿੱਸਾ, ਤੇ ਜਾ ਕੇ ਸਤੂਪ ਬਣਾਉਣਾ ਚਾਹੁੰਦੇ ਨੇ। ਸਤੂਪ ਕਹਿੰਦੇ ਨੇ ਕਿਸੇ ਦੀ ਯਾਦ ਵਿੱਚ ਕੋਈ ਜਗ੍ਹਾ ਬਣਾਉਣੀ। ਕਹਿੰਦੇ ਮਹਾਤਮਾ ਬੁੱਧ ਦੀ ਯਾਦ ਵਿੱਚ ਉਹ ਥੰਮ ਬਣਾਉਣਾ ਚਾਹੁੰਦੇ ਨੇ, ਮੰਦਰ ਬਣਾਉਣਾ ਚਾਹੁੰਦੇ ਨੇ, ਇੱਟਾਂ ਦੇ ਪੱਥਰਾਂ ਦੇ। ਪਰ ਉਹ ਕਹਿ ਰਿਹਾ ਸੀ ਮਹਾਤਮਾ ਬੁੱਧ ਨੂੰ ਜੇ ਪੱਥਰਾਂ ਨਾਲ ਇੰਨਾ ਪਿਆਰ ਹੁੰਦਾ, ਆਖਰੀ ਸਮੇਂ ਲੈਕਚਰ ਦੇ ਰਿਹਾ ਸੀ ਉਹਨਾਂ ਦਾ ਸ਼ਿਸ਼, ਤਾਂ ਕਹਿਣ ਲੱਗਾ ਵੀ ਉਹ ਫਿਰ ਮਹਿਲ ਕਿਉਂ ਛੱਡ ਦਿਓ, ਤਾਂ ਰਾਜੇ ਸੀ।
ਉਹ ਅੱਜ ਵੀ ਸਾਡੇ ਵਿੱਚ ਜਿਉਂਦਾ ਨੇ। ਉਹਨੇ ਆਖਿਆ ਸੀ ਸਾਡੀਆਂ ਅੱਖਾਂ ਦੇ ਵਿੱਚ, ਸਾਡੇ ਦਿਲਾਂ 'ਚ ਬੁੱਧ ਜੀ ਅਜੇ ਵੀ ਜਿੰਦਾ ਨੇ। ਜੇ ਦੇਖਣ ਵਾਲੀ ਅੱਖ ਹੋਵੇ, ਦੀਦਾਰ ਵਾਹਿਗੁਰੂ ਦਾ ਸਦਾ ਦਿਲ ਦੇ ਅੰਦਰ ਹੈ। ਜੇ ਦੇਖਣ ਵਾਲੀ ਅੱਖ ਹੋਵੇ, ਉਹ ਹਰ ਜਗ੍ਹਾ ਹੈ। ਇਸ ਕਰਕੇ ਕਹਿੰਦੇ ਉਹ ਬੁੱਧ ਕਿਤੇ ਵੀ ਨਹੀਂ ਗਏ, ਇੱਥੇ ਹੀ ਆ ਸਭ ਦੀਆਂ ਅੱਖਾਂ 'ਚ। ਇਹ ਨਾ ਹੋਵੋ ਤੁਸੀਂ ਉਹਨਾਂ ਦੀ ਯਾਦ ਵਿੱਚ ਪੱਥਰ ਨੂੰ ਉਸਾਰੋ, ਮੰਦਰ ਉਸਾਰ ਕੇ ਕਹੋ ਬੁੱਧ ਇੱਥੇ ਹੀ ਰਹਿੰਦਾ। ਬੁੱਧ ਦਿਲਾਂ 'ਚ ਵੱਸਦਾ ਹੈ। ਉਹਨਾਂ ਨੇ ਵੀ ਇਹ ਸਿੱਖਿਆ ਦਿੱਤੀ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਕਹਿਣਾ ਪੈ ਗਿਆ, ਮੈਂ ਤੁਹਾਡੇ ਦਿਲਾਂ 'ਚ ਵੱਸਦਾ ਹਾਂ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਆਪਦੇ ਦਿਲ ਨੂੰ ਸਾਫ਼ ਰੱਖੋ, ਆਪਣੇ ਮਨ ਨੂੰ ਸਾਫ਼ ਰੱਖੋ। ਗੁਰੂ ਨਾਨਕ ਜੀ ਉੱਥੇ ਹੀ ਵੱਸਦੇ ਨੇ। ਜਦੋਂ ਆਪਾਂ ਘਰਾਂ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਂਦੇ ਹਾਂ, ਸਭ ਤੋਂ ਪਹਿਲਾਂ ਘਰ ਦੀ ਸਾਫ਼ ਸਫਾਈ ਕਰਦੇ ਹਾਂ। ਨਹੀਂ, ਜਿਹੜਾ ਉਹ ਕਮਰਾ ਹੁੰਦਾ ਉਹਨੂੰ ਤਾਂ ਆਪਾਂ ਧੋਂਦੇ ਹਾਂ, ਪੋਚਾ ਲਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਆਉਣਗੇ, ਉਹਨਾਂ ਦਾ ਪ੍ਰਕਾਸ਼ ਹੋਣਾ, ਬੇਅਦਬੀ ਨਾ ਹੋ ਜੇ, ਬੜੀ ਚੰਗੀ ਗੱਲ ਹੈ। ਜਿੱਥੇ ਗੁਰੂ ਨਾਨਕ ਜੀ ਵੱਸਦੇ ਨੇ ਦਿਲ ਦੇ ਵਿੱਚ, ਉਹਦੇ ਵਿੱਚ ਵੀ ਭਾਂਡਾ ਧੋਤਾ ਹੋਏ, ਅੱਛਾ ਹੋਏ, ਤੇ ਭਾਂਡਾ ਜਿਹੜਾ ਹੈ ਦਿਲ ਦਾ ਅਤ ਮਲੀਨ, ਧੋਤਾ ਅੱਛਾ ਨਾ ਹੋਏ ਸੀ। ਮਨ ਮੈਲਾ ਸਭ ਕਿਛ ਮੈਲਾ, ਇਕੱਲੇ ਸਰੀਰ ਦੇ ਧੋਤਿਆਂ ਸਫਾਈ ਨਹੀਂ ਹੁੰਦੀ ਮਨ ਦੀ। ਬੰਦੇ ਦਾ ਮਨ ਵੀ ਸਾਫ਼ ਚਾਹੀਦਾ ਹੈ, ਦਿਲ ਵੀ ਸਾਫ਼ ਚਾਹੀਦਾ ਹੈ। ਇਸ ਕਰਕੇ ਇਹ ਚੀਜ਼ਾਂ ਨੂੰ ਸਾਫ਼ ਰੱਖਣਾ ਗੁਰੂ ਪਿਆਰਿਓ ਬੜਾ ਲਾਜ਼ਮੀ ਆ। ਗੁਰੂ ਅਰਜਨ ਦੇਵ ਜੀ ਨੇ ਕਿਹਾ, ਹਰ ਹਰ ਚਰਨ, ਵਾਹਿਗੁਰੂ ਦੇ ਚਰਨ, ਗੁਰੂ ਨਾਨਕ ਜੀ ਦੇ ਚਰਨ ਕਿੱਥੇ ਮੈਂ ਵਸਾਏ ਨੇ, ਹਿਰਦੈ ਹਿਰਦੇ ਵਿੱਚ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਗੁਰੂ ਨਾਨਕ ਸਾਹਿਬ ਜੀ ਦਾ ਜੋ ਸੰਦੇਸ਼ ਹੈ, ਪੈਗਾਮ ਹੈ, ਉਹਨੂੰ ਆਪਾਂ ਮੰਨਣਾ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਆਹ ਵੀ ਸਾਖੀ ਅਸੀਂ ਸੁਣੀ ਹੋਈ ਆ ਗੁਰੂ ਨਾਨਕ ਜੀ ਦੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਅਸੀਂ ਸੁਣਿਆ ਹੋਇਆ ਹੈ। ਇਹ ਚੀਜ਼ਾਂ ਅਸੀਂ ਕਹਿ ਦਿੰਦੇ ਹਾਂ, ਪਰ ਪੈਗਾਮ ਜਿਹੜਾ ਉਹ ਜ਼ਰੂਰੀ ਹੁੰਦਾ। ਸਨੇਹਾ ਜਿਹਨੂੰ ਕਹਿੰਦੇ ਆ, ਸਨੇਹਾ ਮੰਨਣਾ ਜ਼ਰੂਰੀ ਆ। ਸਾਖੀ ਭਾਵੇਂ ਤੁਸੀਂ ਇੱਕ ਹੀ ਪੜ੍ਹ ਲਓ, ਪਰ ਉਹਦੇ 'ਤੇ ਅਮਲ ਕਮਾ ਲਓ। ਬਾਣੀ ਦੀ ਭਾਵੇਂ ਇੱਕ ਪੰਗਤੀ ਪੜ੍ਹ ਲਓ, ਮਹਾਰਾਜ ਤਾਂ ਇੱਕ ਅੱਖਰ ਹੀ ਕਹਿੰਦੇ ਆ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਅੱਖਰ ਹੀ ਬਹੁਤ ਹੈ ਇੱਕ ਬੰਦੇ ਨੂੰ ਬਦਲਣ ਲਈ। ਇੱਕ ਅੱਖਰ ਨਹੀਂ ਬਦਲਣਾ ਹੁੰਦਾ। ਆਪਾਂ ਇੰਨੀ ਬਾਣੀ ਰੋਜ਼ ਤਾਂ ਪੜ੍ਹਦੇ ਹਾਂ ਕਿਉਂਕਿ ਸਾਡਾ ਮਨ ਨਹੀਂ ਟਿਕਦਾ। ਕਦੇ ਕਦੇ ਮਨ ਟਿਕਦਾ ਹੈ, ਕਦੇ ਕਦੇ ਮਨ ਸੁਣਦਾ ਹੈ, ਉਦੋਂ ਰਸ ਆ ਜਾਂਦਾ। ਇਕੱਠੇ ਮਿਲ ਕੇ ਜਦੋਂ ਵਾਹਿਗੁਰੂ ਕਹਿੰਦੇ ਹਾਂ, ਇਹ ਰਸ ਜਿਹੜਾ ਮਿਲਦਾ ਇਹ ਕਿਤੋਂ ਵੀ ਨਹੀਂ ਤੁਹਾਨੂੰ ਮਿਲੇਗਾ। ਜਹਾਜ਼ਾਂ 'ਚ ਬੰਦੇ ਦਾ ਸੁਪਨਾ ਹੁੰਦਾ ਸਫ਼ਰ ਕਰਨ ਦਾ, ਤੁਸੀਂ ਸਫ਼ਰ ਕਰੋਗੇ, ਉੱਥੇ ਵੀ ਇਹ ਰਸ ਨਹੀਂ ਹੈਗਾ। ਤੁਸੀਂ ਕਹਿੰਦੇ ਹੋ ਸਾਡੀ ਬਹੁਤ ਸੋਹਣੀ ਕੋਠੀ ਪੈ ਜੇ, ਉਹਦੇ ਵਿੱਚ ਵੀ ਇਹ ਚੀਜ਼ ਨਹੀਂ ਹੈਗੀ। ਉਹ ਹੋਰ ਸਹੂਲਤਾਂ ਨੇ, ਉਹ ਵੀ ਬੜੀਆਂ ਜ਼ਰੂਰੀ ਨੇ। ਆਪਾਂ ਕਹਿੰਦੇ ਮੇਰੇ ਕੋਲ ਇੰਨੇ ਪੈਸੇ ਹੋਵੇ, ਆਹ ਇਕੱਠੇ ਮਿਲ ਕੇ ਸਾਧ ਸੰਗਤ ਵਿੱਚ ਜਿਹੜਾ ਵਾਹਿਗੁਰੂ ਕਹਿਣਾ ਹੈ, ਇਹ ਤਾਂ ਬਹੁਤ ਉੱਚੀਆਂ ਗੱਲਾਂ ਹੋ ਜਾਂਦੀਆਂ। ਇੱਕ ਕਿਤਾਬ ਪੜ੍ਹ ਰਿਹਾ ਸੀ ਮੈਂ, ਬੜੀ ਸੁੰਦਰ ਆ। ਪੁੱਛਿਆ ਕਿਸੇ ਨੇ, ਕਹਿੰਦੇ ਜੀ ਸਾਧ ਸੰਗਤ ਕੀ ਹੁੰਦੀ ਆ। ਅੱਗੇ ਵੀ ਮੈਂ ਇੱਕ ਵਾਰ ਇਹ ਗੱਲ ਦਾ ਜ਼ਿਕਰ ਕੀਤਾ ਹੈ। ਰਾਈਟਰ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੇ ਨਹੀਂ ਗਾਇਆ ਹੁੰਦਾ। ਆਪਾਂ ਘਰੇ ਆਪਣੇ ਸਾਰਿਆਂ ਦੇ ਸਾਜ਼ ਥੋੜ੍ਹੀ ਆ ਵੀ ਹਾਰਮੋਨੀਅਮ ਪਿਆ ਹੈ, ਤਬਲਾ ਪਿਆ ਹੈ ਅਤੇ ਸਰੰਦਾ ਪਿਆ ਸੀ ਉਹ ਵਜਾਉਂਦੇ ਹਾਂ, ਨਹੀਂ। ਜਿਨ੍ਹਾਂ ਨੇ ਕਦੇ ਵੀ ਗਾਇਆ ਨਹੀਂ ਹੁੰਦਾ, ਗੁਰੂ ਕੋਲੇ ਬਹਿ ਕੇ ਇੱਕ ਸਾਰ, ਇੱਕ ਰਸ ਵਿੱਚ ਕਹਿੰਦੇ ਨੇ, ਇੱਕ ਸੁਰ ਵਿੱਚ ਗਾਉਂਦੇ ਨੇ, ਉਹ ਸਾਧ ਸੰਗਤ ਹੁੰਦੀ ਆ। ਉਹਦੇ ਵਿੱਚ ਉਹ ਵਾਹਿਗੁਰੂ ਨੂੰ ਗਾਉਂਦੇ ਨੇ। ਪਰ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਜਿਨ੍ਹਾਂ ਨੇ ਕਦੇ ਵੀ ਕੁਝ ਗਾਇਆ ਨਹੀਂ ਹੁੰਦਾ, ਪਰ ਸੰਗਤ ਵਿੱਚ ਇਕੱਠੇ ਬਹਿ ਕੇ ਇੱਕ ਰਸ ਹੋ ਕੇ ਇੱਕੋ ਸੁਰ 'ਚ ਜਦੋਂ ਵਾਹਿਗੁਰੂ ਕਹਿੰਦੇ ਨੇ, ਉਹਨੂੰ ਸਾਧ ਸੰਗਤ ਕਹਿੰਦੇ ਨੇ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀ। ਸੰਗਤ ਪਤਾ ਕਿਹਨੂੰ ਕਹਿੰਦੇ ਨੇ? ਇਕੱਠ ਤਾਂ ਹੋਰ ਪੋਲੀਟੀਕਲ ਲੋਕਾਂ 'ਚ ਨਹੀਂ ਹੁੰਦਾ, ਬੜੀ ਭੀੜ ਹੁੰਦੀ, ਉੱਥੇ ਇੱਕ ਦੀ ਗੱਲ ਨਹੀਂ ਹੁੰਦੀ। ਸੰਗਤ ਦੀ ਪਛਾਣ ਬਸ ਇਹੀ ਆ,
ਤੁਹਾਨੂੰ ਸੰਗਤ ਇੱਕ ਕਰੇਗੀ। ਟੁੱਟੇ ਹੋਏ ਮਨ ਨੂੰ, ਬਿਖਰੇ ਹੋਏ ਮਨ ਨੂੰ, ਟੁਕੜੇ ਟੁਕੜੇ ਆਦਮੀ, ਕਵਿਤਾ ਪੜ੍ਹ ਰਿਹਾ ਸੀ, ਟੁਕੜੇ ਟੁਕੜੇ ਆਦਮੀ, ਕਹਿੰਦੇ ਬਹੁਤ ਟੁਕੜੇ। ਦਾਲ ਨੂੰ ਦਲ ਦੋ ਦਲੀਆ, ਦਲੀਏ ਨੂੰ ਵੀ ਦਲ ਦੋ, ਇਤਨੇ ਟੁਕੜੇ ਸਾਡੇ ਮਨ ਦੇ ਹੋਏ ਪਏ ਨੇ। ਟੁਕੜੇ ਟੁਕੜੇ ਆਦਮੀ ਹਾਂ ਮੈਂ, ਉਹਨੂੰ ਇਕੱਠੇ ਕਰਨਾ, ਇੱਕ ਕਰਨਾ, ਇਹੀ ਬੰਦਗੀ ਹੈ। ਗੁਰੂ ਸਾਹਿਬ ਦੀ ਬਾਣੀ ਪੰਗਤ 'ਚ ਬਿਠਾ ਕੇ ਇੱਕ ਕਰਦੀ ਆ। ਨਿਸ਼ਾਨ ਸਾਹਿਬ ਹੈ ਗੁਰਦੁਆਰੇ, ਝੂਲ ਤੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ ਇੱਕ ਕਰਦੇ ਨੇ। ਇੱਥੇ ਇਕੱਠੇ ਹੋ ਜਾਓ, ਇੱਕ ਹੋ ਜਾਓ। ਗੁਰਬਾਣੀ ਦਾ ਪਹਿਲਾ ਅੱਖਰ ਇੱਕ ਹੀ ਆ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕਰਦੇ ਹਾਂ, ਸਭ ਤੋਂ ਆਦਿ ਵਿੱਚ ਬਾਣੀ ਆ, ਸ਼ੁਰੂ ਵਿੱਚ ਬਾਣੀ ਆ, ਉਹ ਗੁਰੂ ਸਾਹਿਬ ਦੀ ਜਪਜੀ ਸਾਹਿਬ ਆ। ਜਪਜੀ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਸਾਰੀ ਬਾਣੀ ਇੱਕ ਦੀ ਪਰਿਕਰਮਾ ਕਰਦੀ ਆ, ਇੱਕ ਨਾਲ ਜੋੜਦੀ ਆ। ਤਾਂ ਸਾਡਾ ਟੁੱਟਿਆ ਹੋਇਆ ਮਨ, ਇੱਥੇ ਖਿੰਡਿਆ ਹੋਇਆ ਮਨ ਇੱਕ ਹੁੰਦਾ ਹੈ। ਅਸੀਂ ਇੱਕ ਕਰਦੇ ਹਾਂ, ਬਾਹਰ ਜਾਂਦੇ ਹਾਂ, ਫਿਰ ਟੁੱਟ ਜਾਂਦਾ, ਅਗਲੇ ਦਿਨ ਫਿਰ ਗੁਰੂ ਦੀ ਲੋੜ ਪੈਂਦੀ ਆ। ਇਵੇਂ ਆਈ ਜਾਵਾਂਗੇ, ਇੱਕ ਦਿਨ ਉਹ ਟੁਕੜੇ ਜੁੜ ਜਾਣਗੇ, ਪੱਕੇ ਜੁੜ ਜਾਣਗੇ। ਜਿਵੇਂ ਆਪਾਂ ਕਹਿੰਦੇ ਹਾਂ ਚੀਜ਼ ਜੁੜ ਗਈ, ਹੁਣ ਨਹੀਂ ਟੁੱਟਦੀ। ਅਤੇ ਇਸ ਕਰਕੇ ਇਤਨੇ ਅਸੀਂ ਟੁੱਟੇ ਹੋਏ ਹਾਂ। ਅੱਧਾ ਕੁ ਮਨ ਸਾਡਾ ਕਿਤੇ ਪਿਆ ਹੈ, ਅੱਧਾ ਕੁ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਪਿਆ। ਗੁਰੂ ਬਸ ਉਹਨੂੰ ਜੋੜਦਾ ਹੈ, ਗੁਰੂ ਦਾ ਮੰਤਰ ਉਹਨੂੰ ਜੋੜਦਾ ਹੈ। ਵਾਹਿਗੁਰੂ ਆਪਾਂ ਕਹਿੰਦੇ ਹਾਂ ਰਲ ਕੇ। ਅਤੇ ਤੁਸੀਂ ਦੇਖਿਓ, ਊਂ ਗਾਓਗੇ, ਸੁਰ 'ਚ ਨਹੀਂ ਗਾਓਗੇ, ਇਕੱਠੇ ਹੋ ਕੇ ਇੱਥੇ ਗਾਓਗੇ ਨਾ। ਹੁਣ ਆਪਾਂ ਇਹ ਸੁਰ 'ਚ ਗਾਵਾਂਗੇ, ਸੰਗਤ ਇਹਨੂੰ ਕਹਿੰਦੇ ਆ। ਇੱਥੇ ਐਸੇ ਪਿਆਰੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ, ਉਹਨਾਂ ਦੇ ਅੰਦਰ ਉਹਨਾਂ ਦੇ ਵਿਰਾਗ ਹੁੰਦਾ, ਉਹਨਾਂ ਦੀ ਵਾਈਬ੍ਰੇਸ਼ਨ ਤੁਹਾਡੇ 'ਤੇ ਅਸਰ ਕਰਦੀ ਹੈ। ਉਹ ਤੁਹਾਨੂੰ ਇੱਧਰ ਨੂੰ ਖਿੱਚ ਕੇ ਲੈ ਕੇ ਆਉਂਦੇ ਨੇ। ਸੋ ਆਓ ਅੱਜ ਦੇ ਦੀਵਾਨ ਵਿੱਚ ਪਿਆਰਿਓ ਇਤਨਾ ਹੀ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਗੁਰੂ ਨਾਨਕ ਜੀ ਨੇ ਤੁਹਾਡੇ ਦਿਲਾਂ ਵਿੱਚ ਰਹਿਣਾ ਹੈ। ਆਪਣੇ ਦਿਲਾਂ ਵਿੱਚੋਂ ਈਰਖਾ ਨੂੰ ਕੱਢੋ। 4 ਦਿਨਾਂ ਦੇ ਅਸੀਂ ਪ੍ਰਾਹੁਣੇ ਹਾਂ। ਜ਼ਿੰਦਗੀ ਬੜੀ ਥੋੜ੍ਹੀ ਹੁੰਦੀ ਆ ਬੰਦੇ ਦੀ, ਆਪਾਂ ਇਹਨਾਂ ਨੂੰ ਵਿਅਰਥ ਨਹੀਂ ਗਵਾਉਣਾ। ਹਰ ਦਿਨ, ਹਰ ਪਲ ਸਾਹਾਂ ਦੇ ਘੁੱਟ ਭਰੋ। ਇਦੋਂ ਪਹਿਲਾਂ ਮੌਤ ਆ ਕੇ ਤੁਹਾਡਾ ਗਲਾ ਘੁੱਟ ਦੇਵੇ, ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਓ। ਮੌਲਾਨਾ ਰੂਮੀ ਜੀ ਦਾ ਬਚਨ ਹੈ। ਆਓ ਆਪਾਂ ਪਿਆਰ ਦੇ ਨਾਲ ਵਾਹਿਗੁਰੂ ਰਲ ਮਿਲ ਕੇ ਕਹਿ ਲਈਏ। ਗੁਰੂ ਅਰਜਨ ਦੇਵ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ। ਅੱਗੇ ਵਾਸਤੇ ਅਸੀਸ ਬਖਸ਼ੋ, ਗੁਰੂ ਮਹਾਰਾਜ ਸਾਨੂੰ ਬਖਸ਼ ਲੈਣ ਜੀ।
ਸੱਜਣੇ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਤਿਗੁਰ